ਹਾਜ਼ਰੀਨ ਮੁਅੱਜ਼ਜ਼, ਸਾਡੀ ਅੱਜ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ ਅਸੀਂ ਉਸ ਦੇ ਸਿਲੇਬਸ ਦੇ ਅੰਤਰਗਤ ਚਰਚਾ ਕਰਾਂਗੇ, ਜਿਹਦੇ ਵਿੱਚ ਸਾਡਾ ਅੱਜ ਅਸੀਂ ਗੱਲ ਕਰਾਂਗੇ ਆਧੁਨਿਕ ਪੰਜਾਬੀ ਕਾਵਿ ਦੇ ਬਾਰੇ। ਤੋ ਆਧੁਨਿਕ ਪੰਜਾਬੀ ਕਾਵਿ ਕੀ ਹੈਗਾ, ਆਧੁਨਿਕ ਪੰਜਾਬੀ ਕਾਵਿ ਦੀ ਜਿਹੜੀ ਪ੍ਰਿਸ਼ਠ ਭੂਮੀ ਹੈਗੀ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈਗੀ ਹੈ, ਇਸ ਸੰਬੰਧ ਵਿੱਚ ਆਪਾਂ ਚਰਚਾ ਕਰਾਂਗੇ। ਤੋ ਤੁਹਾਡੇ ਸਿਲੇਬਸ ਦੇ ਅੰਤਰਗਤ ਜਿਹੜਾ ਆਧੁਨਿਕ ਪੰਜਾਬੀ ਕਾਵਿ ਨੂੰ ਵਿਚਾਰਿਆ ਗਿਆ ਹੈਗਾ, ਉਸ ਨੂੰ ਲਿਆ ਗਿਆ ਹੈਗਾ, ਉਹਦੇ ਵਿੱਚ ਕੁਝ ਪ੍ਰਮੁੱਖ ਜਿਹੜੇ ਹੁਣ ਦੇ ਕਵੀ ਨੇ, ਜਿਹੜੇ ਕਹਿ ਲਓ ਤੁਸੀਂ, ਉਹਨਾਂ ਨੂੰ ਤੁਸੀਂ ਉੱਥੇ ਵਿੱਚ ਪੜ੍ਹਨਾ ਹੈਗਾ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਭਾਈ ਵੀਰ ਸਿੰਘ ਨੇ, ਪ੍ਰੋਫੈਸਰ ਪੂਰਨ ਸਿੰਘ ਹੈ, ਸ਼ਿਵ ਕੁਮਾਰ ਬਟਾਲਵੀ ਹੈਗੇ ਨੇ, ਔਰ ਪ੍ਰੋਫੈਸਰ ਮੋਹਨ ਸਿੰਘ ਆਦਿ ਇਤਿਆਦਿ ਕਵੀ ਹੈਗੇ ਨੇ ਤੁਹਾਡੇ ਸਿਲੇਬਸ ਦੇ ਵਿੱਚ, ਔਰ ਉਹਨਾਂ ਦੀਆਂ ਰਚਨਾਵਾਂ ਲੱਗੀਆਂ ਹੋਈਆਂ ਨੇ। ਤੋ ਆਧੁਨਿਕ ਪੰਜਾਬੀ ਜਿਹੜੀ ਕਵਿਤਾ ਹੈਗੀ ਆ, ਆਧੁਨਿਕ ਪੰਜਾਬੀ ਕਾਵਿ ਹੈਗਾ, ਉਹਦਾ ਮੁੱਢ ਜਿਹੜਾ ਹੈਗਾ ਉਹ ਭਾਈ ਵੀਰ ਸਿੰਘ ਤੋਂ ਵੱਜਦਾ ਹੈਗਾ। ਭਾਈ ਵੀਰ ਸਿੰਘ ਜਿਹੜੇ ਹੈਗੇ ਨੇ ਉਹ ਪ੍ਰਮੁੱਖ ਕਵੀ ਨੇ ਪੰਜਾਬੀ ਦੇ, ਔਰ ਆਪ ਦਾ ਜਨਮ ਜਿਹੜਾ ਹੈਗਾ 1872 ਦੇ ਵਿੱਚ ਡਾਕਟਰ ਚਰਨ ਸਿੰਘ ਦੇ ਘਰ ਹੁੰਦਾ ਹੈ। ਤੋ 1872 ਵਿੱਚ ਜਨਮੇ ਭਾਈ ਵੀਰ ਸਿੰਘ ਨੂੰ ਕੇਵਲ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੋਣ ਦਾ ਮਾਣ ਹੀ ਪ੍ਰਾਪਤ ਨਹੀਂ ਹੈਗਾ, ਨਾ, ਔਰ ਇਸ ਤੋਂ ਇਲਾਵਾ ਉਹ ਕਵਿਤਾ ਦੇ ਮੋਢੀ ਹੀ ਨਹੀਂ ਹੈਗੇ, ਪੰਜਾਬੀ ਨਾਵਲ ਦੇ ਪਿਤਾਮਾ ਵੀ ਉਹ ਮੰਨੇ ਜਾਂਦੇ ਨੇ। ਉਹਨਾਂ ਨੇ, ਜਿਵੇਂ ਸੰਤ ਸਿੰਘ ਸੇਖੋਂ ਨੇ ਗੱਲ ਕਰੀ, ਉਹਨਾਂ ਨੂੰ ਬਾਬਾ ਬੋੜ ਕਿਹਾ ਜਾਂਦਾ ਹੈਗਾ, ਤਾਂ ਉਸ ਪ੍ਰਕਾਰ ਹੀ ਭਾਈ ਵੀਰ ਸਿੰਘ ਨੂੰ ਵੀ ਜੇ ਬਾਬਾ ਬੋੜ ਕਿਹਾ ਜਾਵੇ ਤਾਂ ਇਹਦੇ ਵਿੱਚ ਕੋਈ ਅਤੀ ਕਥਨੀ ਨਹੀਂ ਹੈਗੀ। ਉਹਨਾਂ ਨੇ ਹਰੇਕ ਫੀਲਡ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਕੀਤਾ ਹੈਗਾ। ਤੋ ਉਹਨਾਂ ਦਾ ਜਿਹੜਾ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਹੋਣ ਦਾ ਮਾਣ ਵੀ ਜਿਹੜਾ ਹੈਗਾ ਉਹ ਭਾਈ ਵੀਰ ਸਿੰਘ ਨੂੰ ਜਾਂਦਾ ਹੈਗਾ, ਬਹੁਤ ਵੱਡੇ ਕਵੀ ਨੇ। ਤੋ ਇਸ ਪ੍ਰਕਾਰ ਜਿਹੜਾ ਹੈਗਾ ਭਾਈ ਵੀਰ ਸਿੰਘ ਦਾ ਜਿਹੜਾ ਸੰਬੰਧ ਹੈਗਾ ਉਹ ਦੀਵਾਨ ਕੌੜਾ ਮੱਲ ਦੇ ਨਾਲ ਜੁੜਦਾ ਹੈਗਾ। ਆਪ ਦੇ ਜਿਹੜੇ ਦਾਦਾ ਭਾਈ ਕਾਹਨ ਸਿੰਘ ਸਿੱਖ ਮਿਸਲਾਂ ਦੇ ਸਮੇਂ ਸੀਗੇ, ਜਿਹੜੇ ਉਹ ਸਿੰਘ ਸਜੇ ਸੀਗੇ, ਔਰ ਆਪ ਦੇ ਜਿਹੜੇ ਨਾਨਾ ਨੇ ਗਿਆਨੀ ਹਜ਼ਾਰਾ ਸਿੰਘ, ਉਹ ਬੜੇ ਤਕੜੇ ਸੰਸਕ੍ਰਿਤ ਭਾਸ਼ਾ ਦੇ ਉਦਭੱਟ ਵਿਦਵਾਨ ਸੀਗੇ। ਔਰ ਭਾਈ ਵੀਰ ਸਿੰਘ ਦੇ ਪਿਤਾ ਜੀ ਡਾਕਟਰ ਚਰਨ ਸਿੰਘ ਆਪਣੇ ਸਮੇਂ ਦੇ ਬ੍ਰਿਜ ਭਾਸ਼ਾ ਦੇ ਉੱਚ ਕੋਟੀ ਦੇ ਵਿਦਵਾਨ ਰਹਿ ਚੁੱਕੇ ਨੇ। ਤੋ ਉਹਨਾਂ ਦਾ ਬੜਾ ਵੱਡਾ ਕੰਮ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਪਰ। ਭਾਈ ਵੀਰ ਸਿੰਘ ਨੇ ਵੀ ਪੂਰੇ ਦਾ ਪੂਰਾ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ ਹੈਗਾ ਉਹਨੂੰ ਸੰਪਾਦਿਤ ਕੀਤਾ, ਜਿਹੜਾ ਅੱਜ ਦੇ ਸਮੇਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਹਨੂੰ ਪਬਲਿਸ਼ 14 ਵੋਲੀਅਮਸ ਦੇ ਵਿੱਚ ਪਬਲਿਸ਼ ਕੀਤਾ ਗਿਆ ਹੈਗਾ। ਤੋ ਭਾਈ ਵੀਰ ਸਿੰਘ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ, ਜਦੋਂ ਸੰਸਕ੍ਰਿਤ ਦਾ, ਜਦੋਂ ਬ੍ਰਿਜ ਭਾਸ਼ਾ ਦਾ, ਜਦੋਂ ਫਾਰਸੀ ਦਾ ਬੋਲਬਾਲਾ ਹੈਗਾ ਪੰਜਾਬ ਦੇ ਵਿੱਚ, ਤੇ ਉਸ ਵੇਲੇ ਪੰਜਾਬੀ ਨੂੰ ਜਿਹੜਾ ਹੈਗਾ ਪ੍ਰਫੁੱਲਤ ਕਰਨਾ, ਪੰਜਾਬੀ ਮਾਤ ਭਾਸ਼ਾ ਨੂੰ ਆਪਣੀ ਰਚਨਾ ਦਾ ਮਾਧਿਅਮ ਬਣਾਉਣਾ, ਇਹ ਭਾਈ ਵੀਰ ਸਿੰਘ ਦੀ ਜਿਹੜਾ ਹੈਗਾ ਬੜਾ ਵੱਡਾ ਉਹਨਾਂ ਦਾ ਜਿਹੜਾ ਕੰਮ ਹੈਗਾ। ਔਰ ਜੇਕਰ ਦੂਜੇ ਭਾਈ ਵੀਰ ਸਿੰਘ ਦੇ ਸਮਕਾਲੀ ਵਿਦਵਾਨਾਂ ਨੂੰ ਦੇਖੀਏ ਤੇ ਉਹਨਾਂ ਨੇ ਜ਼ਿਆਦਾਤਰ ਆਪਣੀ ਰਚਨਾ ਜਿਹੜੀ ਹੈਗੀ ਆ ਉਹ ਬ੍ਰਿਜ ਭਾਸ਼ਾ ਜਾਂ ਹੋਰ ਜਿਹੜੀਆਂ ਉਸ ਵੇਲੇ ਦੀਆਂ ਪ੍ਰਚਲਿਤ ਜ਼ੁਬਾਨਾਂ ਸੀਗੀ ਉਹਨਾਂ ਵਿੱਚ ਕੀਤੀ ਹੈਗੀ ਹੈ। ਸੋ ਇਸ ਕਰਕੇ ਭਾਈ ਵੀਰ ਸਿੰਘ ਜਿਹੜੇ ਹੈਗੇ ਨੇ, ਜਿਹੜੇ ਉਹ ਇਸ ਪੱਖ ਤੋਂ ਜਿਹੜੇ ਇੱਕ ਆਪਣੀ ਮਾਤ ਭਾਸ਼ਾ ਦੇ ਸਪੂਤ ਵਜੋਂ ਉੱਭਰ ਕੇ ਸਾਡੇ ਸਨਮੁਖ ਆਉਂਦੇ ਹੈਗੇ ਨੇ। ਤਾਂ ਉਹਨਾਂ ਦਾ ਜਿਹੜਾ ਹੈਗਾ ਨਾਵਲ ਸੁੰਦਰੀ ਹੈ, ਸੁੰਦਰੀ ਨਾਵਲ ਦੇ ਵਿੱਚ ਉਹਨਾਂ ਨੇ ਪ੍ਰਤੀਕਾਤਮਕ ਰੂਪ ਦੇ ਵਿੱਚ ਵਿਰੋਧ ਕੀਤਾ ਹੈ ਅੰਗਰੇਜ਼ੀ ਰਾਜ ਦਾ, ਅੰਗਰੇਜ਼ੀ ਸਾਮਰਾਜ ਦਾ। ਤੋ ਖੁਫੀਆ ਰਿਪੋਰਟਸ ਅੰਗਰੇਜ਼ਾਂ ਨੂੰ ਮਿਲਣ 'ਤੇ ਉਹਨਾਂ ਨੂੰ ਜਿਹੜਾ ਹੈਗਾ ਕੁਝ ਸਮਾਂ ਜੇਲ੍ਹ ਯਾਤਰਾ ਵੀ ਕਰਨੀ ਪਈ ਹੈਗੀ ਹੈ। ਤੋ ਸਾਡਾ ਸਰੋਕਾਰ ਇੱਥੇ ਉਹਨਾਂ ਦਾ ਜਿਹੜਾ ਹੈਗਾ ਰਚਨਾਵਾਂ, ਕਾਵਿ ਰਚਨਾਵਾਂ ਦੇ ਨਾਲ ਹੀ ਹੈਗਾ। ਤੋ ਜਿਹੜਾ ਭਾਈ ਵੀਰ ਸਿੰਘ ਹੋਰਾਂ ਨੇ ਜਿਹੜਾ ਹੈਗਾ ਮੇਰੇ ਸਾਈਆਂ ਜੀ ਉਹ ਕੰਬ ਦੀ ਕਲਾਈ, ਮਟਕ ਹਲਾਰੇ, ਪ੍ਰੀਤ ਵੀਣਾ ਆਦਿ ਜਿਹੜੇ ਹੈਗੇ ਨੇ ਆਪਣੇ ਕਾਵਿ ਸੰਗ੍ਰਹਿ ਉਹ ਰਚੇ ਨੇ। ਮੇਰੇ ਸਾਈਆਂ ਜੀ ਉੱਪਰ ਉਹਨਾਂ ਨੂੰ ਜਿਹੜਾ ਹੈਗਾ ਉਹ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਪ੍ਰਾਪਤ ਹੋਇਆ ਹੈ। ਤੋ ਵੀਰ ਸਿੰਘ ਨੇ ਮੂਲ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕੀਤੀ ਹੈਗੀ ਹੈ। ਚਰਨ ਸਿੰਘ ਸ਼ਹੀਦ ਹੈਗੇ ਨੇ, ਲਾਲਾ ਧਨੀ ਰਾਮ ਚਾਤਰਿਕ ਹੈਗੇ ਨੇ, ਭਾਈ ਮੋਹਨ ਸਿੰਘ ਵੈਦ ਹੈਗੇ ਨੇ। ਇਹ ਸਾਰੇ ਦੇ ਸਾਰੇ ਸਾਹਿਤਕਾਰਾਂ ਨੂੰ ਸਾਹਿਤਕਤਾ ਦੀ ਪੁੱਠ ਲਗਾਉਣ ਵਾਲੇ ਭਾਈ ਵੀਰ ਸਿੰਘ ਹੀ ਨੇ। ਤੋ ਭਾਈ ਵੀਰ ਸਿੰਘ ਦੇ
ਦੇ ਉਹਨਾਂ ਦੀ ਬੁਲੰਦ ਸ਼ਖਸੀਅਤ ਦੇ ਸੰਦਰਭ ਦੇ ਵਿੱਚ ਮੁਨਾਜ਼ਾਤ ਬਾਮਦਾਦੀ ਦੇ ਜਿਹੜਾ ਹੈਗਾ ਆਪਣਾ ਟਰਾਂਸਲੇਸ਼ਨ ਕਰਨ ਵਾਲੇ, ਫਾਰਸੀ ਟਰਾਂਸਲੇਸ਼ਨ ਕਰਨ ਵਾਲੇ ਜਪਜੀ ਸਾਹਿਬ ਦੀ ਮੁਨਾਜ਼ਾਤ ਬਾਮਦਾਦੀ ਦੇ ਕਰਤਾ ਭਾਈ ਲਕਸ਼ਵੀਰ ਸਿੰਘ ਮੁਜ਼ਤਰਨਾਬ ਵੀ ਲਿਖਦੇ ਨੇ ਕਿ ਮੈਂ ਇਹੋ ਜਿਹਾ ਸੁਘੜ ਵਿਦਵਾਨ, ਇਹੋ ਜਿਹਾ ਜਿਹੜਾ ਹੈਗਾ ਸੁਘੜ ਉੱਚ ਕੋਟੀ ਦਾ ਕਵੀ ਤੋਂ ਟੀਕਾਕਾਰ ਮੈਂ ਆਪਣੀ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਵੇਖਿਆ। ਤੋਂ ਭਾਈ ਵੀਰ ਸਿੰਘ ਦੀ ਬੜੀ ਸ਼ਲਾਘਾ ਕੀਤੀ ਹੈਗੀ ਉਹਨਾਂ ਨੇ ਵੀ। ਤੋਂ ਕੁੱਲ ਮਿਲਾ ਕੇ ਜਿਹੜਾ ਹੈਗਾ ਭਾਈ ਵੀਰ ਸਿੰਘ ਨੇ ਉਹਨਾਂ ਨੇ ਛੋਟੀਆਂ ਕਵਿਤਾਵਾਂ ਹੀ ਨਹੀਂ ਰਚੀਆਂ, ਵੱਡੀਆਂ ਕਵਿਤਾਵਾਂ ਵੀ ਉਹਨਾਂ ਨੇ ਜਿਹੜੀਆਂ ਹੈਗੀਆਂ ਰਚੀਆਂ ਹੈਗੀਆਂ ਨੇ, ਜਿਨ੍ਹਾਂ ਵਿੱਚੋਂ ਜਿਹੜਾ ਹੈਗਾ ਨਨਾਣ ਭਰਜਾਈ ਦੀ ਉਹਨਾਂ ਦੀ ਜਿਹੜੀ ਕਵਿਤਾ ਹੈਗੀ ਆ, ਬੜੀ ਲੰਮੀ ਕਵਿਤਾ। ਇਸ ਤੋਂ ਉਪਰੰਤ ਰਾਣਾ ਸੂਰਤ ਸਿੰਘ ਹੈਗਾ ਜਿਹੜਾ, ਉਹ ਬੜਾ ਉਹਨਾਂ ਦਾ ਮਹਾਂਕਾਵ ਹੈ, ਇੱਕ ਪ੍ਰਬੰਧ ਕਾਵ ਹੈਗਾ, ਉਹਦੀ ਉਹਨਾਂ ਨੇ ਰਚਨਾ ਕੀਤੀ ਹੈਗੀ ਹੈ। ਤੋ ਮੂਲ ਰੂਪ ਦੇ ਵਿੱਚ ਜਿਹੜਾ ਹੈਗਾ ਭਾਈ ਵੀਰ ਸਿੰਘ ਜਿੱਥੇ ਰਾਣਾ ਸੂਰਤ ਸਿੰਘ ਵਰਗੇ ਮਹਾਂਕਾਵ ਦੇ ਵਿੱਚ ਉਹਨਾਂ ਦੀ ਰਾਣੀ ਰਾਜ ਕੌਰ ਦੀ ਵਿਰਾਗਮਾਈ ਜੀਵਨ ਦਾ ਚਰਿੱਤਰ ਪੇਸ਼ ਕਰਦੇ ਹਨ, ਔਰ ਚਰਿੱਤਰ ਪੇਸ਼ ਕਰਕੇ ਇੱਕ ਡਿਵਾਈਨ ਜਿਹੜੇ ਕਹਿ ਲਏ ਮੰਡਲ ਹੈਗੇ ਨੇ, ਕਹਿ ਲਓ, ਉਹਨਾਂ ਵਿੱਚ ਪ੍ਰਵੇਸ਼ ਕਰ ਜਾਂਦੇ ਅਤੇ ਅਨੋਖੇ ਰਸ ਦਾ ਅਨੁਭਵ ਕਰਦੇ ਹੈਗੇ ਨੇ ਉੱਥੇ ਜਾ ਕਰਕੇ ਉਹ। ਤੋ ਇਹਦੇ ਨਾਲ ਨਾਲ ਉਹਨਾਂ ਨੇ ਇਹੋ ਜਿਹੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਅਜਿਹੇ ਰਹੱਸਵਾਦ ਨੂੰ, ਅਜਿਹੇ ਉੱਪਰਲੇ ਮੰਡਲਾਂ ਦੀ ਗੱਲ ਨੂੰ, ਜਿੱਥੇ ਇੱਕ ਰਾਣਾ ਸੂਰਤ ਸਿੰਘ ਵਿੱਚ ਉਹਨਾਂ ਨੇ ਇਸ ਗੱਲ ਨੂੰ ਵਿਅਕਤ ਕੀਤਾ, ਦੂਜੇ ਪਾਸੇ ਜਿਹੜਾ ਹੈਗਾ ਪ੍ਰਕਿਰਤੀ ਦਾ ਚਿੱਤਰਨ ਵੀ ਕੀਤਾ ਹੈਗਾ। ਤੋ ਇਹੋ ਜਿਹੇ ਰਹੱਸ ਨੂੰ, ਇਹੋ ਜਿਹੇ ਕਸ਼ਫਲ ਨੂੰ ਉਹਨਾਂ ਨੇ ਮੇਰੇ ਸਾਈਆਂ ਜੀਓ ਔਰ ਕੰਬਦੀ ਕਲਾਈ ਵਰਗੀਆਂ ਰਚਨਾਵਾਂ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੇ ਖੂਬ ਉਸ ਰੁਬਾਈ ਦੇ ਵਿੱਚ ਖੂਬ ਇਸ ਗੱਲ ਦੀ ਵਿਵਿਅੰਜਨਾ ਕੀਤੀ ਹੈ ਕਿ ਇੱਕ ਰਹੱਸ ਹੈਗਾ, ਜਿਹੜਾ ਰਹੱਸ ਨੂੰ ਆਪਣੇ ਅਨੁਭਵ ਦਾ ਇੱਕ ਹਿੱਸਾ ਬਣਾਇਆ ਹੈਗਾ ਉਹਨਾਂ ਨੇ ਉੱਥੇ ਜਾ ਕਰਕੇ। ਤੋ ਇਹ ਜਿਹੜਾ ਉਹਨਾਂ ਉੱਚ ਕੋਟੀ ਦਾ ਜਿਹੜਾ ਹੈਗਾ ਇਹ ਸੁੱਚਾ ਅਨੁਭਵ ਹੈ, ਇੱਕ ਰਹੱਸ ਹੈਗਾ, ਔਰ ਇਹ ਉਹਨਾਂ ਨੂੰ ਕਾਦਰ ਦੀ ਕੁਦਰਤ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਕਣ ਦੇ ਵਿੱਚ ਰਮੀ ਹੋਈ ਦਿਖਦੀ ਹੈਗੀ ਆ, ਭਾਵੇਂ ਉਹਨਾਂ ਦੀ ਕਵਿਤਾ ਇਸ ਸੰਦਰਭ ਦੇ ਵਿੱਚ ਵੈਰੀ ਨਾਗ ਹੋਵੇ ਔਰ ਜਾਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਹੋਵੇ। ਤੋ ਇਹ ਕੁੱਲ ਮਿਲਾ ਕੇ ਜਿਹੜੀਆਂ ਹੈਗੀਆਂ ਨੇ ਇਹੋ ਜਿਹੀਆਂ ਕਵਿਤਾਵਾਂ ਉਹਨਾਂ ਨੂੰ ਪ੍ਰਕਿਰਤੀ ਦੇ ਬਹੁਤ ਜ਼ਿਆਦਾ ਨੇੜੇ ਲੈ ਜਾਂਦੀਆਂ ਨੇ, ਪ੍ਰਕਿਰਤੀ ਦੇ ਬਹੁਤ ਨਜ਼ਦੀਕ ਲੈ ਜਾਂਦੀਆਂ ਨੇ। ਇਸ ਤੋਂ ਇਲਾਵਾ ਜਿਹੜਾ ਕੁਛ ਕੁ ਕਵਿਤਾਵਾਂ ਉਹਨਾਂ ਦੀਆਂ ਇਹੋ ਜਿਹੀਆਂ ਵੀ ਮਿਲਦੀਆਂ ਨੇ ਜਿਹੜੀਆਂ 2-2 ਸਤਰਾਂ ਵਿੱਚ ਹੀ ਰਚੀਆਂ ਗਈਆਂ ਹੋਣ। ਖਾਲਸਾ ਸਮਾਚਾਰ ਵਿੱਚ ਭਾਈ ਵੀਰ ਸਿੰਘ ਦੀਆਂ ਡਾਕਟਰ ਜੀਤ ਸਿੰਘ ਜੋਸ਼ੀ ਦੇ ਅਕੋਰਡਿੰਗ 329 ਕਵਿਤਾਵਾਂ ਇਹੋ ਜਿਹੀਆਂ ਮਿਲਦੀਆਂ ਹੈਗੀਆਂ ਨੇ ਜਿਹੜੀਆਂ ਉਹਨਾਂ ਦੇ ਦੇਹਾਂਤ ਤੋਂ ਬਾਅਦ, ਜਿਹੜੀ ਉਹਨਾਂ ਦੀ ਮੌਤ ਤੋਂ ਬਾਅਦ ਪਬਲਿਸ਼ ਹੋਈਆਂ ਹੋਣ। ਤੋ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਕੋਈ ਇੱਕ ਪਾਸੜ ਨਹੀਂ ਹੈਗੀ, ਉਹਨਾਂ ਦੀ ਸ਼ਖਸੀਅਤ ਬਹੁਪੱਖੀ ਹੈ, ਉਹ ਇੱਕ ਪਾਸੜ ਨਹੀਂ ਹੈਗੀ। ਔਰ ਇਸੇ ਕਰਕੇ ਹੀ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰੇਟ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਨਾਲ ਸਨਮਾਨਿਆ ਗਿਆ ਹੈਗਾ। ਤੋ ਇਸ ਕਰਕੇ ਜਿਹੜਾ ਹੈਗਾ ਭਾਈ ਵੀਰ ਸਿੰਘ ਜਿਹੜੇ ਫਾਊਂਡਰ ਨੇ ਪੰਜਾਬੀ ਕਵਿਤਾ ਦੇ, ਉਹਨਾਂ ਦੇ ਉਹ ਮੀਲ ਪੱਥਰ ਨੇ ਪੰਜਾਬੀ ਕਵਿਤਾ ਦੇ ਵਿੱਚ। ਔਰ ਭਾਈ ਵੀਰ ਸਿੰਘ ਨੇ ਹੀ ਪੰਜਾਬੀ ਗੱਲ ਕਰੀਏ ਤੇ ਪੰਜਾਬੀ ਕਵਿਤਾ ਨੂੰ ਲਿਖਣ ਦੀ ਜਿਹੜੀ ਪਿਰਤ ਹੈਗੀ ਆ ਉਹ ਭਾਈ ਵੀਰ ਸਿੰਘ ਤੋਂ ਹੀ ਪਾਈ ਗਈ ਹੈ। ਤੋ ਇਸ ਪ੍ਰਕਾਰ ਭਾਈ ਵੀਰ ਸਿੰਘ ਦਾ ਬੜਾ ਹੀ ਜਿਹੜਾ ਹੈਗਾ ਵਡਮੁੱਲਾ ਯੋਗਦਾਨ ਹੈ ਪੰਜਾਬੀ ਜਿਹੜੀ ਹੈਗੀ ਹੈ ਪੋਇਟਰੀ ਦੇ ਖੇਤਰ ਦੇ ਵਿੱਚ। ਤੋ ਸਾਡੇ ਨੈਕਸਟ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਵੀ ਹੈਗੇ ਨੇ ਜਿਨ੍ਹਾਂ ਦੇ ਉੱਪਰ ਭਾਈ ਵੀਰ ਸਿੰਘ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਜਿਨ੍ਹਾਂ ਨੇ ਕਬੂਲਿਆ ਹੈ ਉਹ ਹੈ ਪ੍ਰੋਫੈਸਰ ਪੂਰਨ ਸਿੰਘ। ਤੋ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਹੈਗੇ ਨੇ ਉਹ 1881 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈਗਾ ਸਲਹੱਡ ਨੇੜੇ ਐਬਟਾਬਾਦ ਪਾਕਿਸਤਾਨ ਦੇ ਵਿੱਚ। ਤੋ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਪੰਜਾਬ ਦਾ ਜਿਹੜਾ ਹੈਗਾ ਅਲਬੇਲੜਾ ਔਰ ਮਸਤ ਕਵੀ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈਗਾ। ਪ੍ਰੋਫੈਸਰ ਪੂਰਨ ਸਿੰਘ ਨੂੰ ਮੂਲ ਰੂਪ 'ਚ ਦੇਖਿਆ ਜਾਵੇ ਤਾਂ ਪੰਜਾਬ ਦਾ 6ਵਾਂ ਦਰਿਆ ਹੋਣ ਦਾ ਜਿਹੜਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਹੈ। ਉਹਨਾਂ ਨੂੰ ਪੰਜਾਬ ਦਾ 6ਵਾਂ ਦਰਿਆ ਆਖਿਆ ਜਾਂਦਾ ਹੈਗਾ। ਔਰ ਉਹ ਐਸੇ ਕਵੀ ਨੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਹੈ ਕਿ ਅਜਿਹੇ ਅਲਬੇਲੇ ਕਵੀ ਨੇ ਜਿਨ੍ਹਾਂ ਨੇ ਪੰਜਾਬੀ ਦੀ ਕਵਿਤਾ ਨੂੰ ਛੰਦ ਮੁਕਤ ਕਵਿਤਾ ਦੇ ਰੂਪ ਦੇ ਵਿੱਚ ਪ੍ਰਸਤੁਤ ਕੀਤਾ ਹੈਗਾ। ਉਹ ਛੰਦ ਨੂੰ ਦੇ ਪੈਰਾਮੀਟਰ ਨੂੰ ਨਵਾਬੀ ਜੁੱਤੀ ਦੀ ਕੈਦ ਮੰਨਣ ਵਾਲੇ ਕਵੀਆਂ ਵਿੱਚੋਂ ਹਨ।
ਭਾਵ ਕੀ ਹੈਗਾ ਕਿ ਉਹਨਾਂ ਨੇ ਛੰਦ ਨੂੰ ਇੱਕ ਕਵਿਤਾ ਲਿਖਣ ਦੇ ਪੈਰਾਮੀਟਰ ਨੂੰ ਜਿਹੜੀ ਹੈਗੀ ਆ ਨਵਾਬੀ ਜੁੱਤੀ ਦੀ ਕੈਦ ਮੰਨਿਆ ਹੈਗਾ। ਔਰ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਵਿਤਾ ਹੈ ਉਹਦੇ ਵਿੱਚ ਰਵਾਨਗੀ ਹੈ, ਅਥਾਹ ਵੇਗ ਹੈ, ਉਹਦੇ ਵਿੱਚ ਇੱਕ ਜਜ਼ਬਾ ਹੈ, ਉਹਦੇ ਵਿੱਚ ਇੱਕ ਉਮੰਗ ਹੈਗੀ ਆ, ਉਹਦੇ ਵਿੱਚ ਜਿਹੜਾ ਹੈਗਾ ਉਲਾਸ ਹੈ ਅਤੇ ਦਰਿਆਵਾਂ ਵਰਗੀ ਵਿਸ਼ਾਲਤਾ ਮਿਲਦੀ ਹੈਗੀ ਆ। ਇਹ ਖਾਸੀਅਤ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਦੀ। ਤੋ ਉਸ ਤੋਂ ਬਾਅਦ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜਾ ਹੈਗਾ ਦੇਸ਼ ਵਿਦੇਸ਼ ਦਾ, ਮੂਲ ਰੂਪ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਇੱਕ ਸਾਇੰਟਿਸਟ ਸਨ। ਕ੍ਰੋਮੋ ਆਕਸਾਈਡ ਸ਼ੀਸ਼ੇ ਦੇ ਵਿੱਚ ਪਾਉਣ ਵਾਲਾ ਰੰਗ, ਉਸ ਤੋਂ ਬਾਅਦ ਦੇ ਵਿੱਚ ਖੰਡ ਨੂੰ ਸਾਫ਼ ਕਰਨ ਵਾਲਾ ਕੈਮੀਕਲ ਜਿਹੜਾ ਹੈਗਾ ਹੱਡੀ ਤੋਂ ਪਹਿਲਾਂ ਕੀ ਹੁੰਦਾ ਸੀ, ਜਿਹੜੀ ਖੰਡ ਵਗੈਰਾ ਹੁੰਦੀ ਸੀ ਹੱਡੀਆਂ ਵਗੈਰਾ ਦੇ ਕੈਮੀਕਲ ਨਾਲ ਉਹ ਜਿਹੜੀ ਸਾਫ਼ ਕੀਤੀ ਜਾਂਦੀ ਸੀ, ਔਰ ਉਹ ਕੈਮੀਕਲ ਬਣਾਇਆ ਜਿਹੜਾ ਹੱਡੀ ਵਗੈਰਾ ਇਸ ਚੀਜ਼ ਤੋਂ ਕੈਲਸ਼ੀਅਮ ਤੋਂ ਮੁਕਤ ਸੀਗਾ, ਜਿਹਦੇ ਨਾਲ ਚੀਨੀ ਦੀ ਸੁਧਾਈ ਕੀਤੀ ਜਾਂਦੀ ਸੀਗੀ। ਤੋ ਮੂਲ ਰੂਪ ਦੇ ਵਿੱਚ ਇੱਕ ਉਹ ਵਿਗਿਆਨੀ ਵੀ ਨੇ, ਇੱਕ ਆਪਣੇ ਕੈਮਿਸਟਰੀ ਦੇ ਬਹੁਤ ਵੱਡੇ ਜਿਹੜੇ ਹੈਗੇ ਨੇ ਉਹ ਗਿਆਤਾ ਵੀ ਨੇ, ਔਰ ਨਾਲ ਦੇ ਨਾਲ ਉਹ ਅਲਬੇਲੇ ਕਵੀ ਵੀ ਹੈਗੇ ਨੇ। ਅਲਬੇਲਾਪਣ ਉਹਨਾਂ ਦੀ ਸ਼ਖਸੀਅਤ ਦਾ ਅਟੁੱਟ ਹਿੱਸਾ ਹੈਗਾ। ਨਵੇਂ ਬਿੰਬ ਅਤੇ ਪ੍ਰਤੀਕ ਨੂੰ ਸਿਰਜਣ ਦਾ ਹੁਨਰ ਹੈਗਾ ਜਿਹੜਾ ਉਹ ਪ੍ਰੋਫੈਸਰ ਪੂਰਨ ਸਿੰਘ ਨੂੰ ਬਾਕਮਾਲ ਆਉਂਦਾ ਹੈ। ਨਵੇਂ ਬਿੰਬ ਅਤੇ ਪ੍ਰਤੀਕਾਂ ਦੀ ਉਹਨਾਂ ਨੇ ਸਿਰਜਣਾ ਕੀਤੀ ਹੈ, ਔਰ ਉਹਨਾਂ ਦੀ ਕਵਿਤਾ ਦੇ ਵਿੱਚ ਜਿਹੜਾ ਨਿੱਜੀ ਜਜ਼ਬਾ ਪ੍ਰਬਲ ਹੈ ਅਤੇ ਸ਼ਬਦਾਂ ਦਾ ਪ੍ਰੋਫੈਸਰ ਪੂਰਨ ਸਿੰਘ ਦੇ ਕੋਲ ਜਿਹੜਾ ਭੰਡਾਰ ਹੈਗਾ ਵਾ ਉਹ ਅਮੁੱਕ ਹੈ। ਉਹਨਾਂ ਦੀ ਸ਼ਬਦ ਨੂੰ ਘੜ ਕੇ ਔਰ ਸ਼ਬਦਾਂ ਨੂੰ ਜਿਹੜਾ ਹੈਗਾ ਵਾਕ ਦੇ ਵਿੱਚ ਜਿਹੜਾ ਨਗੰਦਣ ਦੀ ਉਹਨਾਂ ਦੀ ਕਹਿ ਲਓ ਤੁਸੀਂ ਜਿਹੜੀ ਉਹਨਾਂ ਦੀ ਖਾਸੀਅਤ ਹੈ ਉਹ ਆਪਣੇ ਆਪ ਦੇ ਵਿੱਚ ਬਾਮਿਸਾਲ ਅਤੇ ਬਾਕਮਾਲ ਹੈਗੀ ਆ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਧਾਰਾ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਹੈਗੇ ਨੇ ਉਹ ਰੋਮਾਂਸਵਾਦੀ ਕਵਿਤਾ ਦੇ ਜਿਹੜੇ ਪ੍ਰਵਕਤਾ ਹੈਗੇ ਨੇ। ਰੋਮਾਂਸਵਾਦੀ ਕਵਿਤਾ ਜਿਹੜੀ ਹੈਗੀ ਆ ਉਹ ਉਹਨਾਂ ਦੀ ਮੁੱਖ ਧਾਰਾ ਹੈਗੇ, ਔਰ ਇਸ ਧਾਰਾ ਦੇ ਵਿੱਚ ਕਵਿਤਾ ਨੂੰ ਵਰਣਨ ਕਰਨ ਦਾ ਜਿਹੜਾ ਹੈਗਾ ਉਹਨਾਂ ਨੂੰ ਅਦਭੁਤ ਤਰੀਕਾ ਜਾਂ ਸਲੀਕਾ ਆਉਂਦਾ ਹੈਗਾ। ਉਹਨਾਂ ਦਾ ਤਰੀਕਾ ਬੜਾ, ਔਰ ਮੂਲ ਰੂਪ ਦੇ ਵਿੱਚ ਪ੍ਰੋਫੈਸਰ ਸਾਹਿਬ ਦੇਖਿਆ ਜਾਵੇ ਤਾਂ ਪੰਜਾਬੀ ਔਰ ਪੰਜਾਬੀਅਤ ਦੇ ਹੀ ਮੁੱਦਾ ਹੀ ਰਹੇ ਨੇ। ਤੋ ਰਾਸ਼ਟਰੀ ਨਾਲ ਦੀ ਨਾਲ ਉਹਨਾਂ ਦੀ ਕਵਿਤਾ ਦਾ ਭਾਵ ਜਿਹੜਾ ਹੈਗਾ ਰਾਸ਼ਟਰੀ ਚੇਤਨਾ ਨਾਲ ਵੀ ਜੁੜਿਆ ਹੋਇਆ ਹੈ। ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਦੇ ਕਾਵਿ ਸੰਗ੍ਰਹਿ ਹੈਗੇ ਨੇ ਜਿਹੜੇ, ਉਹਨਾਂ ਨੇ ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ ਔਰ ਖੁੱਲ੍ਹੇ ਰੰਗ ਅਸਮਾਨੀ ਜਿਹੜੇ ਉਹਨਾਂ ਨੇ 3 ਕਾਵਿ ਸੰਗ੍ਰਹਿ ਬੜੀ ਅਨੋਖੀ ਸ਼ੈਲੀ ਦੇ ਵਿੱਚ ਛੰਦ ਮੁਕਤ ਰੂਪ ਦੇ ਵਿੱਚ ਖੁੱਲ੍ਹੀ ਜਿਹੜੀ ਕਵਿਤਾ ਹੈਗੀ ਆ ਉਹਦੇ ਵਿੱਚ ਉਹ ਪ੍ਰਸਤੁਤ ਕੀਤੇ ਹੈਗੇ ਨੇ ਔਰ ਪੰਜਾਬੀ ਸਾਹਿਤ ਨੂੰ ਦਿੱਤੇ ਹੈਗੇ ਨੇ। ਤੋ ਪ੍ਰੋਫੈਸਰ ਪੂਰਨ ਸਿੰਘ ਮੁੱਢ ਤੋਂ ਹੀ ਖੁੱਲ੍ਹ ਅਤੇ ਸੁਤੰਤਰਤਾ ਦਾ ਆਸ਼ਕ ਹੈਗਾ। ਖੁੱਲ੍ਹ ਉਹਦੀ ਤਬੀਅਤ ਦਾ ਹਿੱਸਾ ਹੈਗੀ ਹੈ, ਔਰ ਸੁਤੰਤਰ ਜਿਉਣਾ ਉਹਦਾ ਜਿਹੜਾ ਹੈਗਾ ਉਹਦੀ ਜਿਹੜਾ ਹੈਗਾ ਉਹਦਾ ਨਫਸ ਹੈਗਾ, ਉਹਦੀ ਖਾਸੀਅਤ ਹੈਗੀ ਹੈ। ਜਾਪਾਨ ਵਿੱਚ ਰਹਿੰਦੇ ਓਰੀਐਂਟਲ ਜਿਹੜਾ ਕਲੱਬ ਦਾ ਮੈਂਬਰ ਬਣ ਕੇ ਜਦੋਂ ਭਾਰਤ ਦੀ ਸੁਤੰਤਰਤਾ ਬਾਰੇ ਉਹ ਵਿਚਾਰ ਵੀ ਪ੍ਰਗਟਾਉਂਦਾ ਰਿਹਾ ਹੈਗਾ। ਉਹ ਭਾਵ ਕੀ ਹੈਗਾ ਕਿ ਉਹਦੇ ਮਨ ਦੇ ਵਿੱਚ ਭਾਰਤ ਦੇ ਪ੍ਰਤੀ ਸੁਤੰਤਰਤਾ ਦੀ ਤਾਂਘ ਵੀ ਹੈਗੀ ਹੈ। ਤੋ ਉੱਥੇ ਰਹਿੰਦਿਆਂ ਜਿਹੜਾ ਹੈਗਾ ਧਰਮ, ਸਾਹਿਤ, ਕਲਾ ਇਸ ਚੀਜ਼ ਦਾ ਅਧਿਐਨ ਕਰਦਿਆਂ ਪੱਛਮੀ ਜਗਤ ਦੀਆਂ ਜਿਹੜੀਆਂ ਰੰਗ ਬਰੰਗੀਆਂ ਬਾਰੀਕ ਬੀਨੀਆਂ ਨੂੰ ਜਾਂਚਦਿਆਂ ਹੋਇਆਂ ਜਿਹੜਾ ਹੈਗਾ ਪ੍ਰੋਫੈਸਰ ਪੂਰਨ ਸਿੰਘ ਦਾ ਜਿਹੜਾ ਰੁਝਾਨ ਹੈ ਉਹ ਕਿਤੇ ਨਾ ਕਿਤੇ ਵਿਦਾਂਤ ਵੱਲ ਵੀ ਅਗਰਸਰ ਹੋਇਆ ਹੈਗਾ। ਉਹ ਵਿਦਾਂਤ ਵੱਲ ਵੀ ਝੁਕਿਆ। ਪ੍ਰਭਾਵ ਕਿਹਦਾ ਸੀਗਾ? ਸਵਾਮੀ ਰਾਮ ਤੀਰਥ ਦਾ। ਸਵਾਮੀ ਰਾਮ ਤੀਰਥ ਦੇ ਪ੍ਰਭਾਵ ਦੇ ਵਿੱਚ ਆ ਕੇ ਉਹਨਾਂ ਦਾ ਪ੍ਰਭਾਵ ਗ੍ਰਹਿਣ ਕਰਕੇ ਉਹ ਵਿਦਾਂਤੀ ਬਣ ਗਿਆ। ਕੇਸ ਕਟਵਾ ਦਿੱਤੇ, ਦਾੜਾ ਕਟਵਾ ਦਿੱਤਾ, ਮਨਵਾ ਦਿੱਤਾ ਔਰ ਵਿਦਾਂਤੀ ਬਣ ਗਿਆ। ਇਸ ਦੇ ਨਾਲ ਹੀ ਜੇਕਰ ਸਨਾਤਨੀ ਵਿਚਾਰਧਾਰਾ ਦਾ ਪ੍ਰਭਾਵ ਵੀ ਪ੍ਰੋਫੈਸਰ ਪੂਰਨ ਸਿੰਘ ਕਬੂਲਦਾ ਹੈ ਅਤੇ ਉਹਦੇ ਨਾਲ ਜਿਹੜਾ ਹੈਗਾ ਉਹਨੇ ਪੱਛਮੀ ਲੇਖਕਾਂ ਜਿਹੜੇ ਹੈਗੇ ਨੇ ਜਿਵੇਂ ਵਾਲਟ ਵਿਟਮੈਨ, ਸ਼ੈਲੇ, ਕਾਰਲਾਈਲ ਆਦਿ ਜਿਹੜੇ ਔਰ ਐਮਰਸਨ ਵਰਗੇ ਜਿਹੜੇ ਰਾਈਟਰ ਹੈਗੇ ਨੇ, ਪੱਛਮੀ ਚਿੰਤਕ ਆਪਣੇ ਜਿਹੜੇ ਲੇਖਕ ਹੈਗੇ ਨੇ, ਉਹਨਾਂ ਦਾ ਪ੍ਰਭਾਵ ਵੀ ਕਬੂਲ ਕੀਤਾ ਹੈਗਾ। ਤੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਦੇ ਉੱਤੇ ਮੂਲ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ ਜਿਹੜਾ
ਸੰਨਿਆਸੀਆਂ ਸਾਧਾਂ ਤੇ ਸੰਤਾਂ ਜਾਂ ਦਰਵੇਸ਼ਾਂ ਵਰਗਾ ਜਿਹੜਾ ਪ੍ਰਭਾਵ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਝਲਕਦਾ ਦਿਖਦਾ ਹੈਗਾ। ਤੋ 1912 ਦੀ ਜੇ ਗੱਲ ਕਰੀਏ, 1912 ਦੇ ਵਿੱਚ ਜਿਸ ਸਮੇਂ ਸਿਆਲਕੋਟ ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਹੈਗੀ ਆ, ਤੋ ਉਸ ਵੇਲੇ ਜਿਹੜਾ ਹੈਗਾ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ ਦੀ ਜਿਹੜਾ ਹੈਗਾ ਸੋਹਬਤ ਦੇ ਵਿੱਚ ਆ ਕੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈਗਾ ਉਹ ਫਿਰ ਤੋਂ ਸਿੱਖ ਸੱਜ ਜਾਂਦਾ ਹੈ ਅਤੇ ਉਹ ਪੰਜਾਬ ਪਿਆਰ ਔਰ ਦੇਸ਼ ਪਿਆਰ ਅਤੇ ਪੰਜਾਬੀਅਤ ਦਾ ਖੁੱਲ੍ਹਾ ਡੁੱਲਾ ਜਿਹੜਾ ਜਜ਼ਬਾ ਹੈਗਾ ਵਾ ਉਹ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਤੋਂ ਮਨਫੀ ਨਹੀਂ ਹੁੰਦਾ। ਭਾਵੇਂ ਉਹ ਵਿਦਾਂਤੀ ਸੀਗਾ, ਭਾਵੇਂ ਉਹ ਸਾਇੰਟਿਸਟ ਸੀਗਾ ਅਤੇ ਭਾਵੇਂ ਫਿਰ ਤੋਂ ਸਿੱਖ ਸੱਜ ਗਿਆ, ਜਿੰਨੇ ਵੀ ਉਹਨਾਂ ਦੀ ਸ਼ਖਸੀਅਤ ਦੇ ਪਹਿਲੂ ਬਣਦੇ ਜਾਂਦੇ ਨੇ ਉਹਨਾਂ ਵਿੱਚ ਹੀ ਉਹ ਇੱਕ ਪ੍ਰਕਾਰ ਨਾਲ ਉਹਦਾ ਰੰਗ ਜਿਹੜਾ ਹੈਗਾ, ਪੰਜਾਬੀਅਤ ਦਾ ਰੰਗ ਹੈਗਾ ਵਾ, ਉਹਦੀ ਸ਼ਖਸੀਅਤ ਦੇ ਵਿੱਚ ਮਜੀਠ ਹੁੰਦਾ ਜਾਂਦਾ ਹੈਗਾ ਉਵੇਂ ਦੀ ਉਵੇਂ। ਤੋ ਕੁੱਲ ਮਿਲਾ ਕੇ ਜਿਹੜਾ ਹੈਗਾ ਹੈ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਬੜਾ ਸਿਖਰ ਦਾ ਅਲਬੇਲਾ ਪ੍ਰੋਫੈਸਰ ਪੂਰਨ ਸਿੰਘ ਸ਼ਾਇਰ ਹੈਗਾ। ਔਰ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਉਸ ਦੀ ਸੁਤੰਤਰ ਰੂਹ ਦਾ ਸੁਤੰਤਰ ਪ੍ਰਕਾਸ਼ ਹੈ। ਪ੍ਰੋਫੈਸਰ ਸਾਹਿਬ ਦੀ ਜਿਹੜੀ ਰਚਨਾ ਹੈਗੀ ਹੈ ਚਿੰਤਨ ਅਤੇ ਚੇਤਨਤਾ ਤੋਂ ਸੱਖਣੀ ਨਹੀਂ ਹੈਗੀ, ਉਹ ਉਹਨਾਂ ਦੇ ਨਾਲ ਲਬਰੇਜ਼ ਹੈਗੇ ਨੇ। ਚਿੰਤਨ ਅਤੇ ਚੇਤਨਾ ਵਰਗੇ ਜਿਹੜੇ ਕੌਨਸ਼ੀਅਸ ਵਰਗੇ ਜਿਹੜੇ ਸਬਜੈਕਟ ਹੈਗੇ ਨੇ ਉਸ ਦੇ ਨਾਲ ਉਹ ਲਬਰੇਜ਼ ਹੋਈ ਰਚਨਾ ਹੈਗੀ ਹੈ। ਤੋ ਮੂਲ ਰੂਪ ਦੇ ਵਿੱਚ ਪੰਜਾਬੀ ਕਵਿਤਾ ਨੂੰ ਕੌਮਾਂਤਰੀ ਪੱਧਰ ਤੱਕ ਲੈ ਕੇ ਜਾਣ ਦਾ ਜਿਹੜਾ ਸਿਹਰਾ ਹੈਗਾ ਹੈ ਉਹ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਹੀ ਵੱਜਦਾ ਹੈਗਾ। ਤੋ ਇਸ ਪ੍ਰਕਾਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹੈਗੇ ਨੇ 4-5 ਜਿਹੜੇ ਚਾਰ ਕਿਤਾਬਾਂ ਸਾਹਿਤਕ ਜਗਤ ਨੂੰ ਦਿੱਤੀਆਂ ਨੇ, ਜਿਨ੍ਹਾਂ ਵਿੱਚ ਖੁੱਲ੍ਹੇ ਕੁੰਡ, ਖੁੱਲ੍ਹੇ ਰੰਗ ਅਸਮਾਨੀ, ਖੁੱਲ੍ਹੇ ਮੈਦਾਨ ਕਵਿਤਾ ਦੀਆਂ 3 ਕਿਤਾਬਾਂ ਨੇ ਉਹਨਾਂ ਦੇ ਕਾਵਿ ਸੰਗ੍ਰਹਿ ਨੇ, ਜਿਹਦੇ ਵਿੱਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਦਰਜ ਨੇ। ਔਰ ਇੱਕ ਉਹਨਾਂ ਦੀ ਜਿਹੜੀ ਹੈਗੀ ਹੈ ਖੁੱਲ੍ਹੇ ਲੇਖ ਉਹਨਾਂ ਦੀ ਕਿਤਾਬ ਹੈਗੀ ਹੈ ਜਿਹੜੀ ਵਾਰਤਕ ਦੀ ਵੰਨਗੀ ਨਾਲ ਸੰਬੰਧ ਰੱਖਦੀ ਹੈਗੀ ਹੈ। ਤੋ ਪ੍ਰੋਫੈਸਰ ਪੂਰਨ ਸਿੰਘ 1931 ਦੇ ਵਿੱਚ ਜਿਹੜਾ ਹੈਗਾ ਹੈ ਉਹ ਸੰਸਾਰ ਤੋਂ ਕਿਨਾਰਾ ਕਸ਼ੀ ਜਿਹੜੀ ਸੀਗੀ ਉਹ ਇੱਥੋਂ ਕਰ ਗਏ। ਤੋ ਉਹਨਾਂ ਦੇ ਚਲੇ ਜਾਣ ਤੋਂ 1 ਸਦੀ ਬਾਅਦ ਵੀ ਜਿਹੜਾ ਹੈਗਾ ਉਹ ਪੰਜਾਬੀ ਪਾਠਕ ਵਰਗ ਦੇ ਚੇਤਿਆਂ ਵਿੱਚ ਅੱਜ ਵੀ ਉਹ ਜੀਵੰਤ ਹੈਗੇ ਨੇ। ਤੋ ਦੂਜੇ ਸਾਡੇ ਸੀਗੇ ਇੱਥੇ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਭਾਈ ਵੀਰ ਸਿੰਘ ਦੀ ਪਿਰਤ ਤੋਂ ਅਗਲੇ ਕਵੀ ਹੈਗੇ ਨੇ। ਤੋ ਤੀਜਾ ਜਿਹੜਾ ਨਾਂ ਹੈਗਾ ਹੈ ਉਹ ਆਉਂਦਾ ਹੈਗਾ ਹੈ ਧਨੀ ਰਾਮ ਚਾਤ੍ਰਿਕ ਦਾ। ਤੀਸਰਾ ਇਸ ਜਿਹੜਾ ਹੈਗਾ ਹੈ ਇਸ ਕੈਟਾਗਰੀ ਦਾ ਕਵੀ ਹੈਗਾ ਉਹ ਹੈਗਾ ਹੈ ਲਾਲਾ ਧਨੀ ਰਾਮ ਚਾਤ੍ਰਿਕ। ਲਾਲਾ ਧਨੀ ਰਾਮ ਚਾਤ੍ਰਿਕ ਦਾ ਜਿਹੜਾ ਜਨਮ ਹੈਗਾ ਉਹ ਪਿਪਖਾਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਹੈ। ਔਰ ਆਧੁਨਿਕ ਕਾਲ ਦਾ ਦੇਖਿਆ ਜਾਵੇ ਤਾਂ ਲਾਲਾ ਧਨੀ ਰਾਮ ਚਾਤ੍ਰਿਕ ਵੀ ਬੜਾ ਹਰਮਨ ਪਿਆਰਾ ਕਵੀ ਹੋਇਆ ਹੈਗਾ। ਬੜਾ ਉਹਨਾਂ ਦੇ ਉੱਪਰ ਉਸਨੇ ਪੰਜਾਬੀ ਕਵਿਤਾ ਵਿੱਚ ਪਹਿਲੀ ਵਾਰੀ ਧਰਤੀ ਦੇ ਲੋਕਾਂ ਦੀ ਗੱਲ ਛੇੜੀ ਹੈਗੀ ਹੈ। ਨਵ ਸੂਫੀਵਾਦ ਦਾ ਜਿਹੜਾ ਹੈਗਾ ਪ੍ਰਭਾਵ ਹੈਗਾ ਉਹ ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਦੇ ਉੱਪਰ ਸਾਨੂੰ ਪਿਆ ਮਿਲਦਾ ਹੈਗਾ। ਸੂਫੀਵਾਦ ਦੇ ਰੰਗ ਵਿੱਚ ਲਬਰੇਜ਼ ਜਿਹੜੀਆਂ ਹੈਗੀਆਂ ਨੇ ਉਹਦੀਆਂ ਰਚਨਾਵਾਂ ਨੇ। ਇਸ ਤੋਂ ਬਿਨਾਂ ਜਿਹੜਾ ਹੈਗਾ ਧਰਮ, ਸਦਾਚਾਰ, ਪਿਆਰ, ਰਾਜਨੀਤੀ, ਸਮਾਜਿਕ ਅਤੇ ਆਰਥਿਕ ਸੰਕਟ ਬਾਰੇ ਵੀ ਉਸ ਦੀਆਂ ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਵਿਸ਼ੇ ਵੀ ਛੋਏ ਗਏ ਹਨ। ਉਹ ਵਿਸ਼ਿਆਂ ਬਾਰੇ ਵੀ ਜਿਹੜੀ ਹੈਗੀ ਆ ਗੱਲ ਕੀਤੀ ਮਿਲਦੀ ਹੈ। ਤੋ ਮੂਲ ਰੂਪ ਦੇ ਵਿੱਚ ਧਨੀ ਰਾਮ ਚਾਤ੍ਰਿਕ ਕਵੀ ਦਰਬਾਰਾਂ ਦਾ ਬਾਦਸ਼ਾਹ ਰਿਹਾ ਹੈਗਾ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦਾ ਉਪਾਸਕ ਕਵੀ ਹੈ ਅਤੇ ਹਮੇਸ਼ਾ ਉਸਨੇ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਕਲਚਰ ਦੀ ਪ੍ਰਸ਼ੰਸਾ ਕੀਤੀ ਹੈਗੀ ਹੈ। ਉਹ ਅਨੋਖੀ ਬੋਲੀ ਦਾ ਮਾਲਕ ਹੈ ਅਤੇ ਜਿਸ ਨੇ ਵੰਨ ਸਵੰਨੇ ਕਾਵਿ ਦੀ ਰਚਨਾ ਕੀਤੀ ਹੈ ਉਹਦੀ ਬੋਲੀ ਬੜੀ ਵੱਖਰੀ ਹੈਗੀ ਹੈ। ਉਸ ਦਾ ਕਾਵਿ ਜਿਹੜਾ ਹੈਗਾ ਬੜਾ ਵੰਨ ਸਵੰਨਾ ਹੈਗਾ। ਔਰ ਇਸ ਦੇ ਨਾਲ ਨਾਲ ਹੀ ਰਹੱਸਵਾਦੀ, ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਸੂਫੀਇਜ਼ਮ ਅਤੇ ਰਹੱਸਵਾਦੀ ਅੰਸ਼ਾਂ ਦੀ ਉਸ ਦੀ ਕਵਿਤਾ ਦੇ ਵਿੱਚ ਜਿਹੜੀ ਹੈਗੀ ਹੈ ਉਹ ਭਰਮਾਰ ਹੈ। ਉਹਦੀਆਂ ਕਾਵਿ ਰਚਨਾਵਾਂ ਦੇ ਵਿੱਚ ਮੂਲ ਰੂਪ ਦੇ ਵਿੱਚ ਕੇਸਰ ਕਿਆਰੀ, ਚੰਦਨਵਾੜੀ, ਸੂਫੀਖਾਨਾ, ਨਵਾਂ ਜਹਾਨ, ਨੂਰਜਾ ਬਾਦਸ਼ਾਹ ਬੇਗਮ, ਨਲ ਦਮਯੰਤੀ ਦਾ ਕਿੱਸਾ, ਧਰਮਵੀਰ ਦਾ ਕਿੱਸਾ
और भरथरी हरी का किस्सा, ਤਿੰਨ किस्सिਆਂ की रचना की। उस तो इलावा उसके काव्य संग्रह ने, और ओथैलो और देश दमना का वो ट्रांसलेटर भी हैगा, उसने उसका अनुवाद भी किया है, अंग्रेजी तो अनुवाद भी किए है। तो धनी राम चातरिक का जिहड़ा पंजाबी जीवन ते सभ्याचार नाल अथाह प्रेम रहा हैगा। सूफी नव रहस्यवाद और नव अफलातूनवाद की जिहड़ी वनगी हैगी आ उसदियां रचनावां दे विच्चों वो बाखूबी झलकदी सानूं दिखदी हैगी आ। उसने भाई वीर सिंह की अरशी मंडलों विच भरमण करदी कविता नूं जिहड़ा हैगा धरती ते पेश कीता हैगा। भाई वीर सिंह की जिहड़ी रहस्यवादी सुर हैगी आ उसनूं पंजाबी पाठक जगत तक पहुँचाउण वाला धनी राम चातरिक ही है। तो कुल मिला के जिहड़ा हैगा धनी राम चातरिक जिथे आम जन जीवन भाई वीर सिंह जिथे असी गल करते हैगे आ कि वो उचेरे मंडलों में प्रविष्ट हैगा वा, उहदी जिहड़ी पहुँच है वो रब्बी है, वो दुनियावी पहुँच तो बड़ी परे है। पर जेकर अपनी गल की जाए धनी राम चातरिक की गल की जाए तो धनी राम चातरिक सूफीज़म के नाल लबरेज रह के भी जिहड़ा हैगा फरशी मंडलों की गल करदा है। किरसानी और आम जन जीवन पंजाबी सभ्याचार जिहड़ा हैगा उहदियां रचनावां दा उहदियां कवितावां दा उहदी जिहड़ी हैगी है उहदी मुख वेदना मुख विषय के रूप दे विच प्रगट हुंदा है धनी राम चातरिक दे विच। तो पंजाबी सभ्याचार दा जेकर खाका उलीकदा है जां एक किसान दा खाका उलीकदा हैगा ते वो धनी राम चातरिक है। वो जन जीवन दे पिंड उस फर्श के लैवल के उपर आ करके गल करता हैगा, उत्थों की गल करता हैगा। और इस तो इलावा जिहड़ा हैगा वो धरती के कवि अते नित दीयां समस्यावां नूं सधारण बोली विच पेश करन वाला पंजाबी दा वक्ता हैगा, पंजाबी दा कवि हैगा। जिथे वो इंसान नूं इंसान के रूप में देखदा है ते इंसानिस्तान की एक कल्पना करता है, जिथे इंसानां दा देश होवे, जिथे वो कहंदा हैगा कि कोई हिंदू मुसलम ते सिख जां ईसाई वर्गे सारे लोग जिहड़े हैगे ने वो भाई भाई बन के रहण। वो सभ्य सांझीवाल सदायन की जिहड़ी हैगी आ उस गल की अभिव्यंजना करता हैगा जिहड़ा धनी राम चातरिक हैगा, वो पहला कवि है। तो सभ्य सांझीवालता की गल करन वाले मानसकी जात सभ्य की गल करन वाला जिहड़ा हैगा वो एक आशावादी शहर के रूप दे विच सानूं दिखदा हैगा। और इस चीज़ नूं आशावादी बन के और इन्हां गल्लां नूं जिहड़ा हैगा अगे वधन का नारा लाउंदा होया नौजवानों नूं भी हमला मारन की तकीद करता हैगा। इस दे नाल नाल जिहड़ा हैगा जन सधारण की जिहड़ी बोली हैगी आ आम जन जीवन की बोली नूं सजा शिंगार संवार के गोली तो एक नौकराणी तो राणी बनाउण दा जिहड़ा हबला हैगा वा, जिहड़ा हम्मा हैगा वा, जिहड़ा वो कोशिश हैगी आ एफर्ट हैगा वो धनी राम चातरिक अपनियां रचनावां दे विच मूल रूप दे विच जिहड़ा हैगा करदा हैगा। उसकी कला कौशलता ते लोकप्रियता उस जिहड़ी हैगी आ धनी राम चातरिक दे मीरी गुण ने उहदे जिहड़े। और उस तो बिना जिहड़ी हैगी आ उहदी कविता जिहड़ी मूल रूप दे विच धनी राम चातरिक दी कविता दे विच जिहड़ी हैगी आ वो जीवन नूं जिउण दी लोचना हैगी है, एक लोचा की पूर्ति उहदे विच दसी गई है ते अगे वधण दी तमन्ना हैगी है। होर कोशिशां कर करके जिंदगी नूं अगे वधना अगे तोरना ते अगे अगांह वधन दा जिहड़ा हैगा वो जिहड़ा तमन्ना हैगी है उहदी मन दे विच कवि मन दे विच उहनूं ओह व्यक्त करदा हैगा। चातरिक दी खूबसूरती इस गल विच है कि वह अत सधारण ढंग नाल शायरी उसकी गल अत सधारण ढंग नाल कहंदा होया भी उचेरे मंडलों दे विच प्रविष्ट कर जांदा है अते उसकी खासियत है। तो कुल मिला के जिहड़ा हैगा है ये धनी राम चातरिक दा मूल सुभाव है। आम करके कई पंजाबी पाठक वर्ग दे कई स्टूडेंट्स नाल भी इस संदर्भ दे विच गल हुंदी है कि चातरिक दीयां रचनावां कई रचनावां जिवें सूफी खाना हैगा उन्हां दी चंदनवाड़ी हैगी है वो हालांकि कवितावां तो उहदे विच उस लैवल दीयां ही हन कि आम पाठक दे समझ विच आउण वालीआं, पर कई स्टूडेंट्स ये गल कहिंदे ने कि उन्हां दी कविता समझ नहीं आउंदी। किते किते जदों ओह सूफीज़म दे रंग विच रंगिया होया रचना करदा हैगा ते ओह थोड़ी जी समझ तो परे दी गल हो जांदी हैगी है। तो मूल रूप दे विच धनी राम चातरिक दा भी जिहड़ा हैगा ओह पंजाबी दे मुढ़ले कवियां दे विच प्रमुख स्थान हैगा। लंबा समा उन्होंने वजीर हिंद प्रैस दे विच नौकरी कीती है, ट्रैक्ट भी लिखे ने
ਔਰ ਲੇਖ ਵੀ ਲਿਖੇ ਹੈਗੇ ਨੇ। ਤੋ ਜਿਨ੍ਹਾਂ ਨੂੰ ਸੰਪਾਦਿਤ ਕਰਕੇ ਜਿਹੜਾ SS ਅਮੋਲ ਨੇ ਛਾਪਿਆ ਹੈਗਾ, ਪੰਜਾਬੀ ਯੂਨੀਵਰਸਿਟੀ ਨੇ ਧਨੀ ਚਾਤਰਿਕ ਰਚਨਾਵਲੀ ਦੇ ਸ਼ੀਰਸ਼ਕ ਦੇ ਥੱਲੇ ਉਹਨੂੰ ਪਬਲਿਸ਼ ਕੀਤਾ ਹੈਗਾ। ਤੇ ਉਹਦੇ ਵਿੱਚ ਉਹਨਾਂ ਦੀ ਸਾਰੀ ਜਿਹੜੀ ਰਚਨਾਵਲੀ ਹੈਗੀ ਆ ਉਹ ਇੱਕ ਥਾਂ ਤੇ ਇਕੱਤਰ ਕੀਤੀ ਹੈਗੀ ਆ। SS ਅਮੋਲ ਹੋਰਾਂ ਨੇ ਉਹਨੂੰ ਸੰਪਾਦਿਤ ਕੀਤਾ ਹੈਗਾ। ਤੋ ਇਸ ਪ੍ਰਕਾਰ ਇਹ ਪੰਜਾਬੀ ਦੇ ਅੱਜ ਦੇ ਸਾਡੇ ਵਿਖਿਆਨ ਦੇ ਵਿੱਚ ਪੰਜਾਬੀ ਦੇ ਇਹ 3 ਮੁੱਖ ਕਵੀ ਨੇ, ਔਰ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਨਵੇਂ ਰਾਹਾਂ ਦੇ ਉੱਪਰ ਤੇ ਨਵੀਆਂ ਲੀਹਾਂ ਦੇ ਉੱਪਰ ਤੋਰਿਆ ਹੈਗਾ। ਤੋ ਤਿੰਨਾਂ ਦੇ ਜਿਹੜੇ ਹੈਗੇ ਨੇ ਧਾਰਾਵਾਂ ਨੇ, ਇੱਕ ਰਹੱਸਵਾਦੀ ਹੈਗਾ, ਇੱਕ ਰੋਮਾਂਸਵਾਦੀ ਹੈਗਾ, ਇੱਕ ਨਵ ਰਹੱਸਵਾਦੀ ਹੈਗਾ। ਅਲੱਗ-ਅਲੱਗ ਤਿੰਨਾਂ ਦੀਆਂ ਧਾਰਾਵਾਂ ਸਾਨੂੰ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚੋਂ, ਇਹਨਾਂ ਦੇ ਰਚਨਾਵਾਂ ਦੇ ਵਿੱਚੋਂ ਦੇਖਣ ਨੂੰ ਮਿਲਦੀਆਂ। ਸੋ ਮੈਨੂੰ ਆਸ ਹੈ ਕਿ ਇਸ ਵਿਖਿਆਨ ਦਾ ਸਟੂਡੈਂਟਸ ਨੂੰ ਲਾਭ ਹੋਊਗਾ। ਔਰ ਜਿਹੜਾ ਹੈਗਾ 3 ਸਾਡੇ ਮੂਲ ਜਿਹੜੇ ਕਵੀ ਨੇ ਉਹਨਾਂ ਬਾਰੇ ਅੱਜ ਅਸੀਂ ਚਰਚਾ ਕੀਤੀ ਹੈ। ਤੋ ਅਗਲੇ ਲੈਕਚਰ ਦੇ ਵਿੱਚ ਅਸੀਂ ਇਸ ਨੂੰ ਕੰਟੀਨਿਊ ਕਰਾਂਗੇ, ਇਸ ਤੋਂ ਅੱਗੇ ਵਿਖਿਆਨ ਕਰਾਂਗੇ। ਸੋ ਤਦ ਤੱਕ ਲਈ ਧੰਨਵਾਦ।